ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਤੇ ਸੁਮੇਧ ਸੈਣੀ ਦੇ ਕੇਸ ਦੇ ਵਿੱਚ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਕਾਰੀ ਪੱਖ ਤੋਂ ਵਕੀਲ ਸਰਤੇਜ ਨਰੂਲਾ ਮੌਜੂਦ ਨੇ। ਸੁਮੇਧ ਸੈਣੀ ਨੂੰ ਬੀਤੇ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹਾਈ ਕੋਰਟ ਨੇ ਗ੍ਰਿਫਤਾਰੀ ਨੂੰ ਮਤਲਬ ਕਿ ਉੱਥੋਂ ਕੈਂਸਲ ਕਰ ਦਿੱਤਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਸ ਤਰ੍ਹਾਂ ਵਿਜੀਲੈਂਸ ਚੱਲ ਰਹੀ ਹੈ, ਘੱਟੋ ਘੱਟ 1 ਹਫ਼ਤੇ ਪਹਿਲਾਂ ਇੰਟੀਮੇਸ਼ਨ ਕਰਨਾ ਪੈਣਾ। ਇਹਦੇ ਵਿਚਾਲੇ ਹੁਣ ਜਦੋਂ ਸੁਮੇਧ ਸੈਣੀ ਨੂੰ ਦੁਬਾਰਾ ਫੇਰ ਤੋਂ ਸਲਾਖਾਂ ਪਿੱਛੇ ਲੈ ਕੇ ਜਾਣ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ ਕਿ ਕਿਸ ਢੰਗ ਦੇ ਨਾਲ ਦੁਬਾਰਾ ਪਟੀਸ਼ਨ ਪਾਈ ਜਾ ਰਹੀ ਹੈ, ਰੀਕਾਲ ਪਟੀਸ਼ਨ, ਜਿਹਦੇ ਜ਼ਰੀਏ ਜਿਹੜਾ ਆ ਚੈਲੰਜ ਕੀਤਾ ਜਾਏਗਾ ਕਿ ਸੁਮੇਧ ਸੈਣੀ ਨੂੰ ਪੁਲਿਸ ਦੇ ਜਾਂ ਵਿਜੀਲੈਂਸ ਦੇ ਹਵਾਲੇ ਕੀਤਾ ਜਾਵੇ। ਕੀ ਕੁਝ ਹੈ, ਆਖਰਕਾਰ ਉਹ ਕੇਸ ਕੀ ਸੀ, ਸ਼ੁਰੂ ਤੋਂ ਗੱਲਬਾਤ ਕਰਾਂਗੇ ਕਿ ਸੁਮੇਧ ਸੈਣੀ ਨੂੰ ਜਦੋਂ ਫੜਿਆ ਗਿਆ ਸੀ ਕੀ ਘਟਨਾਕ੍ਰਮ ਸੀ। ਨਰੂਲਾ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਨਰੂਲਾ ਸਾਹਿਬ, ਸੁਮੇਧ ਸੈਣੀ ਦੇ ਕੇਸ ਬਾਰੇ ਥੋੜਾ ਜਿਹਾ ਚਾਨਣਾ ਪਾਇਓ ਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਪੁਲਿਸ ਦੇ ਕੋਲ ਪੇਸ਼ ਹੋਇਆ, ਵਿਜੀਲੈਂਸ ਦੇ ਕੋਲ, ਕਿਹਾ ਜਾ ਰਿਹਾ ਸੀ ਕਿ ਸਿਰਫ ਸਰਕਾਰ ਦੀ ਘੜੀ ਕਢਾਈ ਕਹਿ ਲਓ ਕਿ ਇੱਕ ਰਣਨੀਤੀ ਹੈ, ਉਹਦੇ ਤਹਿਤ ਸੁਮੇਧ ਸੈਣੀ ਆਇਆ ਤੇ ਉਹਨੂੰ ਫੜ ਕੇ ਅੰਦਰ ਕੀਤਾ। ਫਿਰ ਉਹੀ ਗੱਲ ਹੋਈ ਕਿ ਅਗਲੇ ਦਿਨ ਤੱਕ ਛੱਡਣਾ ਪਿਆ। ਦੇਖੋ ਇਦਾਂ ਜੀ, ਇਹ ਸਭ ਗੱਲਾਂ ਜਿਹੜੀਆਂ ਆਪਾਂ ਕਹਿ ਰਹੇ ਹਾਂ ਸਾਰੀਆਂ ਮੂੰਹ ਬੋਲੀਆਂ ਗੱਲਾਂ ਹੈ, ਬੇਫਜ਼ੂਲ ਗੱਲਾਂ ਹੈ। ਇਹਨਾਂ ਦਾ ਕੋਈ ਬੇਸ ਨਹੀਂ ਹੈ, ਜਿਵੇਂ ਅਸੀਂ ਕਹਿੰਦੇ ਹਾਂ। ਸੋ ਬੇਸਿਕਲੀ ਕੀ ਹੋਇਆ ਇਸ ਕੇਸ ਵਿੱਚ ਕਿ ਜਦੋਂ ਇਹ ਆਇਆ ਉੱਥੇ, ਇੱਕ ਤਾਂ ਇਹਨੂੰ ਪਹਿਲਾਂ ਮਿਲੀ ਸੀਗੀ ਇੰਟਰਿਮ ਬੇਲ FIR ਨੰਬਰ 13 ਵਿੱਚ, ਜਿਹਦੇ ਵਿੱਚ ਕੇਸ ਚੱਲ ਰਿਹਾ ਹੈਗਾ ਡਿਸਪ੍ਰੋਪੋਰਸ਼ਨੇਟ ਐਸੈਟਸ ਦਾ ਨਿਮਰਤਦੀਪ ਤੇ। ਇਹਨੇ ਉਹਨੂੰ 6 ਕਰੋੜ ਰੁਪਇਆ ਤੇ 40 ਲੱਖ ਦਿੱਤੇ ਹੋਏ ਸੀਗੇ ਬਿਨਾਂ ਕਿਸੇ ਕਾਰਨ ਦੇ, ਜਿਹਦੇ ਨਾਲ ਕਿ ਉਹਦੀ ਅਨਡਿਊ ਇਨਰਿਚਮੈਂਟ ਹੋਈ ਸੀਗੀ। ਸੋ ਉਹ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਕੇਸ ਵਿੱਚ ਉਹਦੀ ਹੈਲਪ ਕਰਨ ਲਈ, ਉਹਦੀ ਕਨਸਪੀਰੇਸੀ ਲਈ, ਅਬੈਟਮੈਂਟ ਲਈ ਸੁਮੇਧ ਸੈਣੀ ਨੂੰ ਅਸੀਂ ਗ੍ਰਿਫਤਾਰ ਕਰਨ ਜਾ ਰਹੇ ਸੀਗੇ। ਔਰ ਜਿੱਥੇ ਤੱਕ ਮਸਲਾ ਹੈਗਾ ਬਲੈਂਕੇਟ ਬੇਲ ਦਾ, ਜਿਹੜੀ ਮਿਲੀ ਹੋਈ ਸੀ ਹਾਈ ਕੋਰਟ ਤੋਂ, ਉਹ ਬਲੈਂਕੇਟ ਬੇਲ ਜਸਟਿਸ ਤਿਆਗੀ ਨੇ ਹੀ ਦਿੱਤੀ ਹੋਈ ਸੀ, AK ਤਿਆਗੀ ਨੇ। ਉਹ ਇਹ ਕਹਿੰਦੀ ਸੀ ਕਿ ਜਦੋਂ ਤੱਕ ਇਹ ਨੌਕਰੀ 'ਚ ਰਿਹਾ, ਜੇ ਨੌਕਰੀ ਦੇ ਦੌਰਾਨ ਇਹਦੇ ਖਿਲਾਫ ਕੁਝ ਨਿਕਲਦਾ ਹੈ ਤਾਂ, ਕਿਉਂਕਿ ਪੋਲੀਟੀਕਲ ਮਸਲਾ ਜ਼ਾਹਿਰ ਹੁੰਦਾ ਹੈ, ਇਹਨੇ ਇੰਨਾ ਕਿਹਾ ਕਿ ਮੇਰੇ ਖਿਲਾਫ ਸਰਕਾਰ ਪਈ ਹੋਈ ਹੈ ਤੇ ਉਹਦੇ ਲਈ ਮੈਨੂੰ ਹਫ਼ਤੇ ਦਾ ਨੋਟਿਸ ਦਿੱਤਾ ਜਾਏ ਅਰੈਸਟ ਕਰਨ ਤੋਂ ਪਹਿਲਾਂ। ਜਿਹੜੇ ਮਸਲੇ ਹੁਣ ਉੱਠ ਕੇ ਆਏ ਹੈ ਉਹ ਸਾਰੇ ਵਾਈਟ ਕਾਲਰ ਕ੍ਰਾਈਮ ਹੈ ਸੁਮੇਧ ਸੈਣੀ ਦੇ ਖਿਲਾਫ, ਜਿਹੜੇ ਕਿ ਆਫਟਰ ਹਿਜ਼ ਰਿਟਾਇਰਮੈਂਟ ਹੈ। 30 ਜੂਨ 2018 ਨੂੰ ਰਿਟਾਇਰ ਹੋ ਗਿਆ ਸੀਗਾ। ਜਿਹੜੇ ਅਸੀਂ FIR ਨੰਬਰ 13 'ਚ ਮਸਲਾ ਲੈ ਕੇ ਆਏ, ਜੋ ਇਹਦੇ ਸਾਹਮਣੇ ਆਇਆ, ਇਹਨੇ 6 ਕਰੋੜ 40 ਲੱਖ ਦਿੱਤਾ ਪਹਿਲਾਂ ਸੁਰਿੰਦਰ ਜਸਪਾਲ ਨੂੰ। ਉਹ ਪੈਸਾ ਗਿਆ ਉਹਦੇ ਬੇਟੇ ਨਿਮਰਤਦੀਪ ਕੋਲ, ਜਿਹੜਾ ਐਕਸੀਅਨ ਹੈ ਪੰਜਾਬ ਦਾ, ਜਿਹਦੀਆਂ ਅਸੀਂ 35 ਪ੍ਰਾਪਰਟੀਆਂ ਫੜੀਆਂ ਔਰ ਤਕਰੀਬਨ 14 ਕਰੋੜ ਬੈਂਕ ਅਕਾਊਂਟ ਵਿੱਚ ਫੜਿਆ। ਉਹਦੇ ਵਿੱਚ 6 ਕਰੋੜ 40 ਲੱਖ ਉਹਦੇ ਕੋਲ ਗਿਆ। ਉੱਥੋਂ ਦੀ ਫਿਰ ਦੁਬਾਰਾ 75 ਲੱਖ ਰੁਪਇਆ ਨਿਮਰਤਦੀਪ ਤੋਂ ਇਹਨੂੰ ਵਾਪਸ ਆਇਆ, ਜਿਹਦਾ ਕਿ ਕੋਈ ਐਕਸਪਲੇਨੇਸ਼ਨ ਨਹੀਂ ਸੀਗਾ। ਉਹਦੀ FIR ਨੰਬਰ 13 ਹੋ ਗਈ। ਉਹਦੇ ਵਿੱਚ ਜੱਜ ਸਾਹਿਬ ਨੇ ਇਹਨੂੰ ਰਾਹਤ ਦਿੱਤੀ, ਹਾਈ ਕੋਰਟ ਦੇ ਜੱਜ ਸਾਹਿਬ ਨੇ, ਆਲਦੋ ਲੋਅਰ ਕੋਰਟ ਦੇ ਜੱਜ ਸਾਹਿਬ ਨੇ ਤਾਂ ਨਹੀਂ ਦਿੱਤੀ ਸੀ ਰਾਹਤ। ਇੱਥੇ ਆ ਕੇ ਇਹਨੂੰ ਮਿਲ ਗਈ ਰਾਹਤ। ਇੱਥੇ ਉਹਨਾਂ ਨੇ ਕਿਹਾ 1 ਹਫ਼ਤੇ ਦੇ ਅੰਦਰ ਜੁਆਇਨ ਕਰੋ ਫਰੋਮ 12 ਅਗਸਤ। ਉਹਨੂੰ 12 ਅਗਸਤ ਤੋਂ 7 ਦਿਨ ਪੂਰੇ ਹੋਏ ਸੀ। 18 ਅਗਸਤ ਨੂੰ 18 ਅਗਸਤ ਨੂੰ ਰਾਤ ਨੂੰ ਇਹ ਪੇਸ਼ ਹੁੰਦਾ ਹੈ 8:08 ਤੇ। ਔਰ ਉਹ ਵੀ ਜਿਹੜਾ ਇਨਵੈਸਟੀਗੇਟਿੰਗ ਆਫਿਸਰ DSP ਹੈਗੇ ਆ, ਉਹਨਾਂ ਕੋਲ ਪੇਸ਼ ਨਹੀਂ ਹੁੰਦਾ। ਇਹ ਜਾਂਦਾ ਹੈੱਡਕੁਆਟਰ ਜਾ ਕੇ ਉੱਥੇ ਜਿਹੜਾ ਅਸਿਸਟੈਂਟ ਮੁਨਸ਼ੀ ਹੈ ਉਹਨੂੰ ਇੱਕ ਦਰਖਾਸਤ ਦਿੰਦਾ ਕਿ ਜੀ ਮੈਂ ਹਾਜ਼ਰ ਹੋ ਗਿਆ। ਪਰ 8:08 ਤੇ ਰਾਤ ਨੂੰ ਕਿਹੜਾ ਦਫ਼ਤਰ ਖੁੱਲ੍ਹਾ ਹੁੰਦਾ, ਤੂੰ ਕਿੱਥੇ ਚਲਾ ਗਿਆ, ਕਿਹਨੂੰ ਦੱਸਿਆ ਮੈਂ ਆ ਰਿਹਾ। ਉਹ ਆਪਣੇ 7 ਦਿਨ ਪੂਰੇ ਹੋ ਰਹੇ ਸੀ, ਉਹਦਾ ਸਿਰਫ ਬਹਾਨਾ ਮਾਰ ਕੇ ਆਇਆ ਸੀਗਾ ਦਿਖਾਉਣ ਲਈ, ਟੋਪੀ ਪਾਈ ਹੋਈ, ਮਾਸਕ ਪਾਇਆ ਹੋਇਆ, ਦਾੜੀ ਰੱਖੀ ਹੋਈ, ਤਾਂ ਕਿ ਪਤਾ ਲੱਗੇ ਕੌਣ ਹੈ। ਜਦੋਂ ਉੱਥੇ ਪਹੁੰਚ ਗਿਆ ਤਾਂ ਪਤਾ ਲੱਗਿਆ। ਇਨ ਦਾ ਮੀਨ ਟਾਈਮ ਇਸ ਤੇ ਇੱਕ ਹੋਰ ਕੇਸ ਚੱਲ ਰਿਹਾ, ਜਿਹੜਾ 11 ਨੰਬਰ FIR ਹੈ। ਉਹਦੇ ਵਿੱਚ ਸੁਰਿੰਦਰ ਜਸਪਾਲ ਦੀ ਕੋਠੀ ਹੈ 20 ਸੈਕਟਰ, ਜਿੱਥੇ ਕਿਰਾਏਦਾਰ ਹੈ ਸੁਮੇਧ ਸੈਣੀ। ਉਹਨੂੰ ਕੋਠੀ ਦੀ ਅਟੈਚਮੈਂਟ ਪਾਤੀ ਵਿਜੀਲੈਂਸ ਬਿਊਰੋ ਨੇ 11 ਨੰਬਰ FIR ਵਿੱਚ, ਜਿਹੜੀ ਕਿਸੇ ਹੋਰ ਮਸਲੇ 'ਚ ਹੈ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਜਦੋਂ ਅਸੀਂ ਦਰਖਾਸਤ ਪਾਈ, ਨੋਟਿਸ ਗਏ, ਇਹਨਾਂ ਨੇ ਉਹ ਕੋਠੀ ਅਟੈਚ ਹੋਣ ਨੂੰ ਬਚਾਉਣ ਲਈ ਉਹਦੇ ਵਾਸਤੇ ਇੱਕ ਡਾਕੂਮੈਂਟ ਫੋਰਜ ਕਰ ਲਿਆ, ਜਿਹੜਾ ਕਿ ਐਗਰੀਮੈਂਟ ਟੂ ਸੈਲ ਬਣਾ ਲਿਆ ਕਿ ਮੈਂ ਕੋਠੀ ਖਰੀਦਣੀ ਕੀਤੀ ਹੋਈ ਸੀ 2019 ਤੋਂ। ਉਹ ਜਿਹੜੀ ਫੋਰਜਰੀ ਕੀਤੀ ਹੈ, ਉਸ ਫੋਰਜਰੀ ਵਿੱਚ ਇਹਨੂੰ ਨਾਮਜ਼ਦ ਕਰ ਲਿਆ ਗਿਆ 2 ਅਗਸਤ ਨੂੰ, ਇਸੀ 2 ਅਗਸਤ ਨੂੰ 21 ਨੂੰ। ਔਰ ਕਿਉਂਕਿ ਜਿਹੜੀ ਫੋਰਜਰੀ ਹੋਈ ਹੈ ਉਹ ਹੋਈ ਵੀ ਅਪ੍ਰੈਲ ਔਰ ਮਈ 2021 'ਚ ਹੈ, ਔਰ ਜਿਹੜਾ ਡਾਕੂਮੈਂਟ ਵੀ 2019 ਦਾ ਹੈ। ਸੋ ਇਹ ਸਾਰਾ ਕੁਝ ਹੀ ਇਜ਼ ਆਲ ਆਫਟਰ ਹਿਜ਼ ਰਿਟਾਇਰਮੈਂਟ ਔਨ 30 ਜੂਨ 2018। ਇਸ ਲਈ ਜੱਜ ਸਾਹਿਬ ਦੇ ਆਰਡਰ ਦੇ ਤਹਿਤ ਇਹਦੇ ਕੋਲ ਕੋਈ ਪ੍ਰੋਟੈਕਸ਼ਨ ਨਹੀਂ ਸੀਗੀ। ਇਸ ਲਈ ਵਿਜੀਲੈਂਸ ਜਿਹੜਾ ਫੜਿਆ ਉਹ ਬਿਲਕੁਲ ਠੀਕ ਫੜਿਆ, ਕਾਨੂੰਨੀ ਉਹ ਠੀਕ ਸੀਗਾ ਫੈਸਲਾ। ਉਹਦੇ ਬਾਅਦ ਜਦੋਂ ਕੋਰਟ ਚਲਾ ਗਿਆ ਮਸਲਾ, ਤਾਂ ਕੋਰਟ 'ਚ ਵੀ ਇਹੀ ਹੋਇਆ, ਕਿਉਂਕਿ ਜਦੋਂ ਪਹਿਲਾ ਮੈਟਰ ਲੱਗਿਆ ਉਹ ਲੱਗਿਆ ਜਸਟਿਸ ਅਵਨੀਸ਼ ਚਿੰਗਨ ਜੀ ਦੇ ਸਵੇਰੇ 10 ਵਜੇ, ਜਿਹੜੀ ਹੈਬੀਅਸ ਕਾਰਪਸ ਹੈ। ਹੈਬੀਅਸ ਕਾਰਪਸ ਪੇਸ਼ ਹੋਣ ਤੇ ਉਹਨਾਂ ਨੇ ਮੈਨੂੰ ਪੁੱਛਿਆ, ਮੈਂ ਉਹਨੂੰ ਦੱਸਿਆ ਕਿ ਜੀ ਰਾਤੀ ਅਸੀਂ ਇਹਨੂੰ ਫਾਰਮਲੀ ਅਰੈਸਟ ਕਰ ਲਿਆ FIR ਵਿੱਚ, ਔਰ ਸਾਰਾ ਮਸਲਾ ਇਹਦੀ ਪੋਸਟ ਰਿਟਾਇਰਮੈਂਟ ਦਾ, ਜਿਸ ਦੀ ਇਹਦੇ ਕੋਲ ਕੋਈ ਸਟੇ ਨਹੀਂ ਹੈ।
ਜੱਜ ਸਾਹਿਬ ਜਦੋਂ ਖਾਰਜ ਕਰਨ ਲੱਗੇ ਤੇ ਇਹਦੇ ਵਕੀਲਾਂ ਨੇ ਜਦੋਂ ਰੌਲਾ ਪਾਇਆ ਉੱਥੇ, ਉਹਦੇ ਕਰਕੇ ਜੱਜ ਸਾਹਿਬ ਨੇ ਕਿਹਾ ਜੀ ਮੈਂ ਸੁਣਦਾ ਹੀ ਨਹੀਂ, ਇੰਨਾ ਸ਼ੋਰ ਪਾਉਂਦੇ ਹੋ, ਮੈਂ ਨਹੀਂ ਸੁਣਦਾ ਕੇਸ। ਉਹਨੇ ਛੱਡਤਾ ਕੇਸ। ਫਿਰ ਜਸਟ ਚਲਾ ਗਿਆ ਦੁਬਾਰਾ ਮਸਲਾ ਜਸਟਿਸ ਬੈਲ ਕੋਲ, ਜਸਟਿਸ ਵਿਕਾਸ ਬੈਲ ਕੋਲ ਆਫਟਰ ਲੰਚ। ਉੱਥੇ ਵੀ ਇਹ ਰੌਲਾ ਪਿਆ। ਉੱਥੇ ਫਿਰ ਇਹ ਕਹਿਣ ਲੱਗੇ ਜੀ ਸਾਡਾ ਬਲੈਂਕਟ ਬਿੱਲ ਦਾ ਮਸਲਾ ਜਸਟਿਸ ਤਿਆਗੀ ਕੋਲ ਹੈ ਜੀ, ਉੱਥੇ ਭੇਜ ਦਿਓ ਮਸਲਾ। ਜਿਸ ਤੋਂ ਜ਼ਾਹਿਰ ਹੁੰਦਾ ਸੀਗਾ ਕਿ ਜਾਣ ਕੇ ਹੀ ਉੱਥੇ ਉਸੇ ਜੱਜ ਸਾਹਿਬ ਕੋਲ ਲਿਜਾਣਾ ਚਾਹੁੰਦੇ ਸੀਗੇ ਜਿੱਥੇ ਜਿਨ੍ਹਾਂ ਨੇ ਪਹਿਲਾਂ ਬਲੈਂਕਟ ਬਿੱਲ ਦਿੱਤੀ ਹੋਈ ਸੀ ਇਹਨਾਂ ਨੂੰ। ਇਹਨਾਂ ਨੂੰ ਪਤਾ ਹੀ ਸਾਡੀ ਉਹ ਜੱਜ ਸਾਹਿਬ ਦੇ ਉੱਥੇ ਅਸੀਂ ਆਪਣਾ ਜਿਵੇਂ ਫੈਸਲਾ ਸਾਡੇ ਕੋਲ ਹੱਕ ਚ ਆ ਜਾਏਗਾ। ਇਨ ਦਾ ਮੇਨ ਟਾਈਮ ਕਿਉਂਕਿ ਹੁਣ ਸੁਮੇਧ ਸੈਣੀ ਪੇਸ਼ ਹੋ ਗਏ ਸੀ ਲੋਅਰ ਕੋਰਟ CGM ਦੇ ਪੇਸ਼ ਕਰਤਾ ਇਨਵੈਸਟੀਗੇਟਿੰਗ ਏਜੰਸੀ ਨੇ। ਔਰ ਕਾਨੂੰਨ ਇਹ ਕਹਿੰਦਾ ਹੈ ਕਿ ਜਦੋਂ ਤੁਸੀਂ ਇੱਕ ਕੋਰਟ 'ਚ ਪੇਸ਼ ਕਰਦੇ ਹੋ ਲੋਕਲ ਕੋਰਟ ਵਿੱਚ, ਉਹ ਲੋਕਲ ਕੋਰਟ ਕੋਲ 3 ਆਪਸ਼ਨ ਹੁੰਦੀਆਂ। ਪਹਿਲੀ ਆਪਸ਼ਨ ਹੈ ਕਿ ਪੁਲਿਸ ਦਾ ਰਿਮਾਂਡ ਦਿੱਤਾ ਜਾਏ ਤਾਂ ਕਿ ਤਫਤੀਸ਼ ਕਰ ਸਕੋ। ਦੂਜਾ ਉਹ ਕਹਿਣ ਜੀ ਨਹੀਂ ਪੁਲਿਸ ਰਿਮਾਂਡ ਦੀ ਲੋੜ ਨਹੀਂ, ਇਹਨੂੰ ਜੇਲ੍ਹ 'ਚ ਭੇਜ ਦਿਓ, ਉਹਨੂੰ ਅਸੀਂ ਜੁਡੀਸ਼ੀਅਲ ਕਸਟਡੀ ਕਹਿੰਦੇ ਆ। ਤੀਜੀ ਆਪਸ਼ਨ ਇਹ ਹੁੰਦੀ ਹੈ ਜੱਜ ਕੋਲ ਕਿ ਜੋ ਸੋਚਦਾ ਸੀ ਗਲਤ ਫੜਿਆ, ਲੀਗਲੀ ਠੀਕ ਨਹੀਂ ਹੈ, ਤਾਂ ਉਹਨੂੰ ਡਿਸਚਾਰਜ ਕਰ ਸਕਦਾ ਕਿ ਅਸੀਂ ਗਲਤ ਫੜਿਆ, ਮੈਂ ਛੱਡ ਰਿਹਾ ਇਹਨੂੰ, ਲੀਗਲੀ ਠੀਕ ਨਹੀਂ ਫੜਿਆ ਹੋਇਆ। ਹੁਣ ਜਿਹੜੇ ਜੱਜ ਸਾਹਿਬ ਨੇ ਇਸ ਚੀਜ਼ ਦਾ ਫੈਸਲਾ ਕਰਨਾ ਸੀ, ਉਹਨਾਂ ਨੂੰ ਤਾਂ ਇਸ ਚੀਜ਼ ਦਾ ਫੈਸਲਾ ਕਰਨ ਨਹੀਂ ਦਿੱਤਾ ਗਿਆ ਕਿਉਂਕਿ 12 ਵਜੇ ਜਦੋਂ ਉਹਨਾਂ ਨੂੰ ਪੇਸ਼ ਕੀਤਾ ਤੇ ਸੈਣੀ ਸਾਹਿਬ ਦੇ ਵਕੀਲਾਂ ਨੇ ਉੱਥੇ ਜਾ ਕੇ ਝੂਠ ਬੋਲਿਆ ਔਰ ਇਹ ਕਿਹਾ ਕਿ ਜੀ ਹਾਈ ਕੋਰਟ ਨੇ ਸਟੇ ਕਰਤੀ ਹੈ ਔਰ ਤੁਹਾਨੂੰ ਹਿਦਾਇਤ ਤੁਸੀਂ ਫੈਸਲਾ ਨਹੀਂ ਕਰ ਸਕਦੇ। ਇਹ ਚਲਦੇ ਚਲਦੇ ਮਸਲਾ ਰਾਤ ਦੇ 11:40 ਤੱਕ ਚੱਲਿਆ ਜਦੋਂ ਜੱਜ ਸਾਹਿਬ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਔਰ ਉਹਦੇ ਬਾਅਦ ਆਰਡਰ ਅਪਲੋਡ ਹੋਇਆ ਸਵੇਰੇ 2 ਵਜੇ ਤੱਕ 20 ਤਰੀਕ ਨੂੰ। ਉੱਥੇ ਫੈਸਲਾ ਨਹੀਂ ਕਰਨ ਦਿੱਤਾ, ਇੱਥੇ ਫਾਈਲ ਚੁੱਕ ਲਈ ਗਈ ਔਰ ਇੱਥੇ ਸਵੇਰੇ ਲੱਗੀ ਸੀ ਬਲੈਂਕਟ ਬੇਲ ਨੂੰ ਐਕਸਟੈਂਸ਼ਨ ਦੀ ਅਰਜੀ। ਉਹ ਐਕਸਟੈਂਸ਼ਨ ਦੀ ਅਰਜੀ ਨੂੰ ਜੱਜ ਸਾਹਿਬ ਨੇ ਪ੍ਰੀਪੋਨ ਕਰਕੇ 3 ਵਜੇ ਰੱਖ ਲਿਆ। 3 ਵਜੇ ਜਦੋਂ ਸੁਣਵਾਈ ਸ਼ੁਰੂ ਹੋ ਗਈ, ਉਹ ਸੁਣਵਾਈ ਦੇ ਦੌਰਾਨ 5:15 5:30 ਵਜੇ ਹੈਬੀਅਸ ਕਾਰਪਸ ਪਟੀਸ਼ਨ ਜੱਜ ਸਾਹਿਬ ਕੋਲ ਆਈ ਔਰ ਉਸ ਪਟੀਸ਼ਨ 'ਚ ਨਾ ਤਾਂ ਸਾਨੂੰ ਨੋਟਿਸ ਦਿੱਤਾ ਗਿਆ ਨਾ ਸੁਣਿਆ ਗਿਆ। ਸੁਣਵਾਈ ਸਾਰੀ ਬਲੈਂਕਟ ਬੇਲ ਚੱਲਦੀ ਰਹੀ। 6:40 ਤੇ ਬਲੈਂਕਟ ਬੇਲ ਦੀ ਸੁਣਵਾਈ ਖਤਮ ਕਰਕੇ ਜੱਜ ਸਾਹਿਬ ਉੱਠ ਗਏ ਕਿ ਮੈਂ ਆਰਡਰ ਬਾਅਦ 'ਚ ਸੁਣਾਉਂਗਾ ਲਿਖਾ ਕੇ। ਇੰਨੀ ਦੇਰ 'ਚ ਜਿਹੜੀ ਮੈਂ ਸਾਰੀਆਂ ਗੱਲਾਂ ਕਹਿ ਰਿਹਾ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਹਨਾਂ ਨੂੰ ਪਹਿਲਾਂ ਪਤਾ ਸੀ ਬੇਲ ਹੋ ਜਾਣੀ ਹੈ ਕਿਉਂਕਿ 7 ਵਜੇ ਤਾਂ ਨਿਊਜ਼ ਚੈਨਲਸ ਨੇ ਸੋਸ਼ਲ ਮੀਡੀਆ ਨੇ ਡਿਕਲੇਅਰ ਕਰਤਾ ਸੀ ਬੇਲ ਹੋ ਗਈ। ਜੱਜ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ 11:40 ਤੇ ਸ਼ਾਮ ਨੂੰ, ਤੇ 4 ਘੰਟੇ 40 ਮਿੰਟ ਪਹਿਲਾਂ ਜਾਂ 5 ਘੰਟੇ ਪਹਿਲਾਂ ਕਿਸੇ ਨੂੰ ਕਿਵੇਂ ਪਤਾ ਬੇਲ ਹੋ ਗਈ। ਇਹਦੇ ਵਕੀਲਾਂ ਨੇ ਵੀ ਸ਼ੋਰ ਪਾਤਾ ਸੀ ਉੱਥੇ। ਇਹ ਸਭ ਚਲਦੇ ਹੋਏ ਜਿਹੜਾ ਆਰਡਰ ਆਇਆ ਹੁਣ, ਉਸ ਆਰਡਰ ਵਿੱਚ ਵੀ ਜਿਹੜੇ ਫੈਕਟਸ ਹੈ ਉਹ ਕਲੀਅਰ ਨਹੀਂ ਹੈ ਕਿਉਂਕਿ ਨਾ ਜੱਜ ਸਾਹਿਬ ਕੋਲ FIR ਨੰਬਰ 11 ਦੇ ਪੂਰੇ ਤੱਥ ਸੀਗੇ, ਨਾ ਰਿਕਾਰਡ ਸੀਗਾ, ਨਾ 13 ਦਾ ਰਿਕਾਰਡ ਸੀਗਾ। ਉਹਨਾਂ ਨੇ ਕੋਲੋਂ ਹੀ ਹਿਸਾਬ ਲਾ ਕੇ ਜਾਂ ਕਿਸੇ ਗਲਤਫਹਿਮੀ 'ਚ ਆ ਕੇ ਜਾਂ ਗਲਤ ਸਮਝ ਕੇ ਇਹ ਲਿਖਾਤਾ ਹੈ ਕਿ 11 ਨੰਬਰ ਜਿਹੜੀ ਹੈ ਉਹ DA ਦੀ ਹੈ। ਮਿਕਸ ਕਰ ਗਿਆ ਕਿ ਫੈਕਟਸ ਮਿਕਸਡ ਅਪ ਹੈ। ਫੈਕਟਸ ਜਦ ਕਿ ਬਿਲਕੁਲ ਮਿਕਸਡ ਅਪ ਨਹੀਂ ਹੈ। 11 ਨੰਬਰ FIR ਸਿਰਫ ਪੈਸੇ ਦੇ ਲੈਣ ਦੇਣ ਬਾਰੇ ਹੈ ਔਰ ਜਿਹੜਾ 13 ਨੰਬਰ FIR ਜਿਹੜੀ ਬਾਅਦ ਵਾਲੀ DA ਵਾਲੀ ਹੈ, ਉਹ ਜਿਹੜੀ ਪੁਰਾਣੀ 11 ਨੰਬਰ FIR ਸੀ ਪਿਛਲੇ ਸਾਲ ਦੀ, ਉਹਦੇ ਵਿੱਚ ਇਹ ਨਾਮਜ਼ਦ ਹੋਇਆ ਸਿਰਫ ਫੋਰਜਰੀ ਵਾਸਤੇ, ਡਾਕੂਮੈਂਟ ਫੋਰਜ ਕਰਨ ਵਾਸਤੇ। ਇਸ ਲਈ ਆਪਸ 'ਚ ਇਹਨਾਂ ਦਾ ਕੋਈ ਤਾਲਮੇਲ ਹੈ ਨਹੀਂ ਦੋਨੋਂ ਕੇਸਾਂ ਦਾ ਉਸ ਹਿਸਾਬ ਨਾਲ, ਔਰ ਨਾ ਹੀ ਕਿਸੇ ਆਰਡਰ ਦੀ ਉਲੰਘਣਾ ਹੋਈ ਹੈ। ਤੁਹਾਨੂੰ ਇਹ ਵੀ ਦੱਸ ਦੇਣਾ ਕਿ 2 ਆਰਡਰਸ ਦੀ ਜੱਜ ਸਾਹਿਬ ਨੇ ਉਲੰਘਣਾ ਲਿਖੀ ਹੈ। ਇੱਕ ਤਾਂ ਬਲੈਂਕਟ ਬੇਲ ਵਾਲਿਆਂ ਦੀ, ਉਹ ਇਸ ਦੀ ਉਲੰਘਣਾ ਨਹੀਂ ਕਿਉਂਕਿ ਇਹਦੇ ਜਿਹੜਾ ਮਸਲਾ ਉਹ ਰਿਟਾਇਰਮੈਂਟ ਤੋਂ ਬਾਅਦ ਦਾ ਹੈ। ਇਹਦੇ ਕੋਲ ਜਿਹੜੇ ਸੀਗਾ ਸੇਫਟੀ ਸੀਗੀ ਜਾਂ ਜਿਹੜਾ ਇਹਨੂੰ ਮਿਲਿਆ ਹੋਇਆ ਸੀ ਉੱਥੋਂ ਸਟੇ, ਉਹ ਸੀਗਾ ਸਿਰਫ ਨੌਕਰੀ ਦੇ ਦੌਰਾਨ ਵਾਲਾ। ਜਿੱਦ ਤੱਕ ਦੂਸਰੇ ਕੇਸ ਦਾ ਮਸਲਾ ਹੈ 13 ਨੰਬਰ FIR ਜਿਹੜੀ ਅਸੀਂ ਹੁਣ ਇਸ ਸਾਲ ਕੀਤੀ ਹੈ, ਉਹਨੇ ਜਿਹਨੂੰ ਬੇਲ ਮਿਲੀ ਹੋਈ ਸੀ ਜਸਟਿਸ ਝਿੰਗਨ ਤੋਂ, ਇਹ ਜੇ ਕੋਈ ਉਲੰਘਣਾ ਸੀਗੀ ਤਾਂ ਉਹ ਜੱਜ ਸਾਹਿਬ ਨੇ ਦੇਖਣੀ ਸੀਗੀ। ਉਹ ਜੱਜ ਸਾਹਿਬ ਨੇ ਤਾਂ ਕੁਝ ਕਿਹਾ ਨਹੀਂ ਅੱਜ ਤੱਕ ਕਿ ਉਲੰਘਣਾ ਹੋਈ ਹੈ, ਨਾ ਉਹਦੇ 'ਚ ਅਸੀਂ ਅਰੈਸਟ ਕੀਤਾ, ਸੋ ਉਹਦੀ ਉਲੰਘਣਾ ਕਿਵੇਂ ਹੋ ਸਕਦੀ ਹੈ। ਇਸ ਕਰਕੇ ਸਾਰਾ ਹੀ ਆਰਡਰ ਲੌਪਸਾਈਡਡ ਹੈ, ਇਸ ਲਈ ਸਰਕਾਰ ਇਹਨੂੰ ਚੈਲੰਜ ਕਰਨ ਜਾ ਰਹੀ ਹੈ। ਮੈਂ ਨਰੂਲਾ ਸਾਹਿਬ ਇੱਥੇ ਇਹ ਪੁੱਛਣਾ ਸੀ ਕਿ ਸਵਾਲ ਕਈ ਥਾਵਾਂ ਤੇ ਉੱਠਦੇ ਨੇ ਕਿ ਜਦੋਂ ਸਰਕਾਰੀ ਪੱਖ 'ਚ ਕਮਜ਼ੋਰੀ ਕਿੱਥੇ ਰਹਿ ਗਈ ਸਰਕਾਰ ਵੱਲੋਂ, ਦੂਜੇ ਪਾਸੇ ਅਤੁਲ ਨੰਦਾ ਹੋਣਾ ਤੇ ਸਵਾਲ ਉੱਠਦਾ ਹੈ ਕਿ ਉਹਨਾਂ ਵੱਲੋਂ ਕਿੱਥੇ ਕਮਜ਼ੋਰੀ ਰਹਿ ਗਈ, ਵਾਰ-ਵਾਰ ਸਾਰੇ ਕੇਸਾਂ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਹੋਣਾ। ਤੀਜੇ ਨੰਬਰ ਤੇ ਵਿਜੀਲੈਂਸ ਤੇ ਵੀ ਸਵਾਲ ਉੱਠਦਾ ਹੈ ਕਿ ਨਾਕਾਮੀ ਕਿੱਥੇ ਰਹਿ ਗਈ। ਦੇਖੋ ਜਿੱਦ ਤੱਕ ਵਿਜੀਲੈਂਸ ਦਾ ਸਵਾਲ ਹੈ, ਵਿਜੀਲੈਂਸ ਨੇ ਤਾਂ ਕੋਈ ਨਾਕਾਮੀ ਨਹੀਂ ਰਹੀ। ਉਹਨਾਂ ਨੇ ਤਾਂ ਅਰੈਸਟ ਕਰਕੇ ਦਿਖਾਤਾ ਕਿ ਅਸੀਂ FIR ਕੀਤੀ ਹੈ, ਸਾਡੇ ਹੱਥ ਜਿੱਦਾਂ ਹੀ ਆ ਗਿਆ ਅਸੀਂ ਅਰੈਸਟ ਕਰ ਲਿਆ। ਔਰ ਜਿਹੜਾ ਅਰੈਸਟ ਤੁਹਾਨੂੰ ਮੈਂ ਦੱਸ ਰਿਹਾ ਉਹ ਲੀਗਲ ਸੀਗਾ, ਇਸ ਲਈ ਉਹਨਾਂ ਨੇ ਉਹਨੂੰ CGM ਦੀ ਕੋਰਟ 'ਚ ਪੇਸ਼ ਕੀਤਾ ਸੀਗਾ। CGM ਦੀ ਕੋਰਟ ਜੇ ਫੈਸਲਾ ਕਰਦੀ ਕਿ ਗਲਤ ਪੜਿਆ ਤਾਂ ਮੈਂ ਸਮਝ ਆਉਂਦੀ ਮੈਨੂੰ। ਹੁਣ ਜੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਪੂਰਾ ਘੁਮਾ ਕੇ ਇੱਕ ਫੈਸਲਾ ਕਰਤਾ ਹੈ ਜਿਹੜਾ ਫੈਕਟਸ ਦੇ ਅਗੇਂਸਟ ਹੈ ਔਰ ਕਾਨੂੰਨ ਦੇ ਅਗੇਂਸਟ ਹੈ, ਬਿਕੋਜ਼ ਕਾਨੂੰਨ ਇਹ ਵੀ ਕਹਿੰਦਾ ਕਿ ਜਦੋਂ ਇੱਕ ਵਾਰੀ ਮੈਜਿਸਟ੍ਰੇਟ ਦੇ ਪੇਸ਼ ਕਰ ਦਿਓ ਤਾਂ ਹੈਬੀਅਸ ਕਾਰਪਸ ਮੇਨਟੇਨੇਬਲ ਨਹੀਂ ਹੈ, ਉਹਦੇ 'ਚ ਫਿਰ ਤੁਸੀਂ ਛੱਡ ਨਹੀਂ ਸਕਦੇ ਮੁਲਜ਼ਮ ਨੂੰ, ਉਹਦੇ ਬਾਅਦ ਬੇਲ ਹੀ ਹੋ ਸਕਦੀ ਹੈ ਸਿਰਫ। ਔਰ ਇਹ ਜੱਜ ਸਾਹਿਬ ਨੇ ਫਿਰ ਵੀ ਕਹਿਤਾ ਗਲਤ ਪੜਿਆ। ਸੋ ਇਸ ਲਈ ਇਹ ਜਿਹੜਾ ਆਰਡਰ ਹੈ ਹਾਈ ਕੋਰਟ ਦਾ ਉਹ ਗਲਤ ਹੈ। ਇਸ ਦੀ ਨਾ ਤਾਂ ਸਰਕਾਰ ਦੀ ਨਾਕਾਮਯਾਬੀ ਇਹਦੇ 'ਚ, ਨਾ ਮੈਂ ਕਹਾਂਗਾ AG ਸਾਹਿਬ ਦੀ, ਨੰਦਾ ਸਾਹਿਬ ਦੀ ਕੋਈ ਨਾਕਾਮਯਾਬੀ ਹੈ ਕਿਉਂਕਿ ਉਹਨਾਂ ਨੇ ਆਪਣੇ ਵੱਲੋਂ ਪੂਰੀ ਟੀਮ ਦੇ ਰੱਖੀ ਸੀਗੀ। ਦਿੱਲੀੋਂ ਸਿਧਾਰਥ ਲੂਥਰਾ ਐਡਵੋਕੇਟ ਕੀਤੇ ਹੋਏ ਸੀਨੀਅਰ ਇਸ ਕੰਮ ਲਈ ਲੜਨ ਲਈ ਕੇਸ, ਉਹਨਾਂ ਨੇ ਪੂਰਾ ਸਾਥ ਦਿੱਤਾ ਔਰ ਉਹ ਅਖੀਰ ਤੱਕ ਸਰਕਾਰ ਵੱਲੋਂ ਕੋਈ ਤਰੁੱਟੀ ਨਹੀਂ ਆਈ। ਇਹ ਤਾਂ ਆਰਡਰ ਇੱਕ ਇਦਾਂ ਦਾ ਆ ਗਿਆ ਜਿਹੜਾ ਚੈਲੰਜੇਬਲ ਹੈ ਬਿਲਕੁਲ। ਨਰੂਲਾ ਸਾਹਿਬ ਦੂਜੀ ਗੱਲ ਇਹ ਹੈ ਕਿ 2018 ਤੁਸੀਂ ਕਿਹਾ ਕਿ ਰਿਟਾਇਰ ਹੋਇਆ, ਉਸ ਤੋਂ ਬਾਅਦ ਇਹ ਕੇਸ ਹੋਏ,
ਹੁਣ ਤੱਕ ਇਹਨਾਂ ਕੇਸਾਂ ਦੇ ਉੱਤੇ ਕਿਉਂ ਨਹੀਂ ਧਿਆਨ ਮਾਰਿਆ ਗਿਆ ਕਿ ਆਹ ਵੀ ਕੇਸ ਬਣਦੇ ਨੇ ਸੁਮੇਧ ਸੈਣੀ ਦੇ ਖਿਲਾਫ? 18 ਤੋਂ ਲੈ ਕੇ 21 ਦਾ ਸਮਾਂ ਆ ਗਿਆ। ਕੀ ਇਹ ਵੋਟਾਂ ਦਾ ਪ੍ਰੈਸ਼ਰ ਤਾਂ ਨਹੀਂ ਕਿ ਅੱਗੇ ਚੋਣਾਂ ਆ ਰਹੀਆਂ ਉਹਦੇ ਕਰਕੇ ਇੱਕ ਤੋਂ ਇੱਕ ਕੇਸ ਨਿਕਲ ਕੇ ਸਾਹਮਣੇ ਆ ਰਹੇ ਨੇ? ਨਹੀਂ, ਇਹ ਗੱਲ ਨਹੀਂ ਹੈ। ਜਿਹੜਾ ਤੁਹਾਨੂੰ ਮੈਂ ਦੱਸਿਆ ਮਸਲਾ FIR ਨੰਬਰ 11 ਹੁਣ ਨਾਮਜ਼ਦ ਕੀਤਾ, ਜਿਹਦੇ ਚ ਅਰੈਸਟ ਕੀਤਾ ਸੀਗਾ, ਉਹ ਤਾਂ ਅਕਰੈਂਸ ਹੀ ਅਪ੍ਰੈਲ ਮਈ 2021 ਦੀ ਹੈ। ਜਦੋਂ ਡਾਕੂਮੈਂਟ ਸਾਹਮਣੇ ਆਇਆ, ਉਹਦੀ ਪੂਰੀ ਤਫਤੀਸ਼ ਕੀਤੀ ਗਈ, ਵੈਰੀਫਾਈ ਕੀਤਾ ਗਿਆ। ਜਦੋਂ ਇਹ ਸਾਨੂੰ ਤੱਥ ਸਾਹਮਣੇ ਆ ਗਏ ਕਿ ਫੋਰਜਰੀ ਐਕਚੁਅਲੀ ਹੋਈ ਹੈ, ਫਿਰ ਉਹਨੂੰ ਨਾਮਜ਼ਦ ਕਰਤਾ ਗਿਆ। ਇਸ ਲਈ ਇਲੈਕਸ਼ਨ ਨਾਲ ਕੋਈ ਮਸਲਾ ਨਹੀਂ, ਹੋਇਆ ਹੀ ਹੁੰਦਾ ਉਹ ਮਸਲਾ। ਜਿੱਥੇ ਤੱਕ ਦੂਜੀ FIR ਦੀ ਮੈਂ ਤੁਹਾਨੂੰ ਗੱਲ ਕਰ ਰਿਹਾ, 13 ਨੰਬਰ ਦੀ, ਜਿਹੜੀ DA ਦਾ ਕੇਸ ਹੈ, ਉਹਦੀ ਇਨਕੁਆਇਰੀ ਚੱਲ ਰਹੀ ਸੀਗੀ ਸਾਲ ਡੇਢ ਤੋਂ ਨਿਮਰਤਦੀਪ ਦੇ ਖਿਲਾਫ, ਕਿਉਂਕਿ ਉਹਦੇ ਚ ਮੁਲਜ਼ਮ ਮੇਨ ਉਹ ਹੈ। ਜਦੋਂ ਉਹਨੂੰ ਅਸੀਂ ਸਾਰੇ ਉਹਦੇ ਪ੍ਰੋਪਰਟੀਆਂ ਇਕੱਠੀਆਂ ਕੀਤੀਆਂ ਵਿਜੀਲੈਂਸ ਨੇ, ਆਫਟਰ 35 ਪ੍ਰੋਪਰਟੀਆਂ, ਉਹਦੇ ਅਕਾਊਂਟ ਹੈ, ਕੋਈ ਹਰ ਬੰਦਾ ਸਾਹਮਣੇ ਤੇ ਰੱਖਦਾ, ਕੋਈ ਛੁਪਾ ਕੇ ਰੱਖਿਆ ਹੁੰਦਾ, ਕੋਈ ਫਾਦਰ ਦੇ ਨਾਮ, ਕੋਈ ਮਦਰ ਦੇ ਨਾਮ, ਕੋਈ ਕਿਤੇ। ਉਹ ਸਭ ਇਕੱਠਾ ਕਰਦੇ ਟਾਈਮ ਲੱਗ ਗਿਆ। ਜਦੋਂ ਟਾਈਮ ਲੱਗ ਕੇ ਇਕੱਠਾ ਹੋਇਆ, ਜਦੋਂ FIR ਕਰਨ ਲੱਗੇ, ਤਾਂ ਸਾਹਮਣੇ ਇਹ ਵੀ ਜ਼ਾਹਿਰ ਆਇਆ ਕਿ ਪੈਸੇ ਜਿਹੜੇ ਆ ਰਹੇ ਆ, ਫਲਾਫਲਾ ਪੈਸੇ ਆਏ ਆ, ਇਹ ਸੁਮੇਧ ਸੈਣੀ ਤੋਂ ਆਏ ਹੋਏ ਆ। ਸੋ ਇਸ ਲਈ ਉਹ ਜਿਹੜਾ ਮਸਲਾ ਸੁਮੇਧ ਸੈਣੀ ਵਾਲਾ ਵੀ ਹੈ, ਜਿਹੜੇ ਪੈਸੇ ਆਏ ਆ ਔਰ ਵਾਪਸ ਗਏ ਆ, ਉਹ ਵੀ ਸਤੰਬਰ 2020 ਦਾ ਮਸਲਾ ਹੈ। ਪਰ ਇਨਕੁਆਇਰੀ ਕਰਨ ਨੂੰ ਪੂਰੀ, ਕਿਉਂਕਿ ਕਾਫੀ ਜ਼ਿਆਦਾ ਤੱਥ ਹੋ ਜਾਂਦੇ ਆ, ਇਕੱਠੇ ਕਰਨ ਨੂੰ ਵੀ ਬਹੁਤ ਟਾਈਮ ਲੱਗਦਾ। ਇਸ ਲਈ ਡਿਲੇ ਕੋਈ ਨਹੀਂ ਹੈ। ਇੱਕ ਤਾਂ ਮਸਲਾ ਸਿਰਫ 2-3 ਮਹੀਨੇ ਪੁਰਾਣਾ ਹੀ ਹੈ, 1 ਸਾਲ ਪੁਰਾਣਾ, ਇਸ ਤੋਂ ਜ਼ਿਆਦਾ ਪੁਰਾਣੇ ਮਸਲੇ ਨਹੀਂ ਹੈ। ਇੱਕ ਦੂਜੀ ਗੱਲ ਇਹ ਹੈ ਕਿ ਸੈਣੀ ਜਦੋਂ ਇੰਨੀ ਵੱਡੀ ਲੈਣ ਦੇਣ ਦੀ ਰਕਮ ਜਿਹੜੀ 6 ਕਰੋੜ ਜਾਂ ਕਰੋੜਾਂ ਦੇ ਵਿੱਚ ਕਿਤੇ ਵੀ ਹੁੰਦੀ ਹੋਣੀ, ਉਹਦੇ ਸੋਰਸ ਦੇ ਉੱਤੇ ਵੀ ਸਵਾਲ ਉੱਠਦਾ ਜਦੋਂ ਗੱਲਾਂ ਬਾਤਾਂ ਹੁੰਦੀਆਂ ਜਾਂ ਵਿਜੀਲੈਂਸ। ਉਹ ਵੀ ਇਨਕੁਆਇਰੀ ਚੱਲੇਗੀ, ਉਹਦਾ ਵੀ ਦੇਖਿਆ ਜਾਏਗਾ ਤੱਥ, ਕਿੱਥੋਂ ਪੈਸੇ ਆਏ, ਕਿੱਦਾਂ ਜਾ ਰਹੇ ਆ, ਕੀ ਹੋ ਰਿਹਾ। ਕਿਉਂਕਿ ਇਹ ਸਾਰੀਆਂ ਗੱਲਾਂ ਹੁਣ ਅੱਗੇ ਪੁਲਿਸ ਵਾਚ ਰਹੀ ਹੈ, ਜਾਂਚ ਰਹੀ ਹੈ, ਸਾਰਾ ਕੁਝ ਜੋ ਅੱਗੇ ਨਿਕਲੇਗਾ ਉਸ ਹਿਸਾਬ ਨਾਲ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਪਰ ਇਹ ਕਿਉਂਕਿ ਇਕਨੋਮਿਕ ਐਕਸੈਸ ਹੈ ਔਰ ਸਾਰੇ ਛੁਪਾ ਕੇ ਕੀਤੇ ਜਾਂਦੇ ਆ, ਇਸ ਲਈ ਟਾਈਮ ਲੱਗ ਜਾਂਦਾ ਲੱਭਣ ਨੂੰ। ਜੀ, ਤੇ ਜਿਹੜੀ ਰੀਕਾਲ ਪਟੀਸ਼ਨ ਤੁਹਾਡੇ ਵੱਲੋਂ ਪਾਈ ਜਾਣੀ ਹੈ, ਉਹ ਕਦੋਂ ਪਾਈ ਜਾਣੀ ਹੈ ਤੇ ਉੱਤੇ ਕਿੰਨੀ ਕੁ ਉਮੀਦ ਤੁਹਾਨੂੰ ਲੱਗਦੀ ਹੈ ਕਿ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਹੈ? ਉਹਦੇ ਲਈ ਉਹਦੀ ਸੁਪਰੀਮ ਕੋਰਟ ਤੱਕ ਪਹੁੰਚ ਕਰਾਂਗੇ ਜੀ, ਬਿਲਕੁਲ। ਹਲੇ ਤਿਆਰ ਹੋ ਰਹੀ ਹੈ, ਸਲਾਹਾਂ ਚੱਲ ਰਹੀਆਂ, ਕਿਵੇਂ ਕਰਨਾ, ਕੀ ਉਹਦੇ ਚ ਪਾਣਾ, ਕੀ ਕੱਢਣਾ, ਪਰ ਸੁਪਰੀਮ ਕੋਰਟ ਤੱਕ ਲੜਾਈ ਚੱਲੇਗੀ। ਕੀ ਲੱਗਦਾ ਕਿ ਹੁਣ ਦੁਬਾਰਾ ਸੁਮੇਧ ਸੈਣੀ ਸ਼ਿਕੰਜੇ ਚ ਆ ਜਾਏਗਾ? ਕਿਉਂਕਿ ਉਦੋਂ ਤਾਂ ਸੁਮੇਧ ਸੈਣੀ ਆਪ ਚੱਲ ਕੇ ਆਏ ਤੇ 8 ਵਜੇ 8:15 ਤੇ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਦੇ ਲਈ ਪਹਿਲਾਂ ਵੀ ਕਿੰਨੇ ਛਾਪੇ ਮਾਰੇ ਗਏ ਤੇ ਅੱਜ ਤੱਕ ਸੁਮੇਧ ਸੈਣੀ ਹੱਥ ਨਹੀਂ ਆਇਆ। ਇਸ ਵਾਰੀ ਵੀ ਉਹਦੀ ਨੀਅਤ ਇਹੀ ਸੀਗੀ ਕਿ ਮੈਂ ਹੌਲੀ ਜੀ ਉੱਥੋਂ ਹਾਜ਼ਰੀ ਲਵਾ ਕੇ ਭੱਜਾਂ। ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਿਰ ਤੇ ਟੋਪੀ ਪਾਈ ਹੋਈ ਸੀਗੀ, ਦਾੜੀ ਰੱਖੀ ਹੋਈ ਸੀਗੀ ਤੇ ਮਾਸਕ ਪਾਇਆ ਸੀ ਪੂਰਾ, ਅੱਖਾਂ ਸਿਰਫ ਅੱਖਾਂ ਨਜ਼ਰ ਆਉਂਦੀਆਂ ਸੀ, ਉਹ ਨਜ਼ਰ ਦੇ ਨੀਚੇ ਦਾੜੀ ਨਜ਼ਰ ਆਉਂਦੀ ਸੀ ਸਿਰਫ। ਤੇ ਪਰ ਉਹ ਤਾਂ ਦਰਖਾਸਤ ਦੇ ਕੇ ਜਦੋਂ ਚੱਲਿਆ ਸੀਗਾ ਉੱਥੋਂ ਦੀ, ਉਹਦਾ ਤਾਂ ਮਕਸਦ ਇਹੀ ਸੀ, ਮਨਸ਼ਾ ਇਹੀ ਸੀ ਕਿ ਮੈਂ ਉੱਥੇ ਮੁਨਸ਼ੀ ਨੂੰ ਦਰਖਾਸਤ ਦੇਵਾਂ, ਹੈੱਡ ਆਫਿਸ ਉੱਤੇ ਹਾਜ਼ਰੀ ਲਵਾਵਾਂ ਆਪਣੀ, 8:08 ਦੀ ਉਹਦੇ ਉੱਤੇ ਰਸੀਦ ਹੈ ਨਾ, ਉਹ ਰਸੀਦ ਦੇਵਾਂ ਤਾਂ ਭੱਜਾਂ। ਉਹ ਤਾਂ ਜਦੋਂ ਖਬਰ ਨਿਕਲ ਗਈ ਕਿ ਸੁਮੇਧ ਸੈਣੀ ਹੈ, ਤਾਂ ਭੱਜ ਕੇ ਆ ਕੇ ਜਿਹੜੇ DSP ਸਾਡੇ ਹੈਗੇ ਆ, ਉਹਨਾਂ ਨੇ ਚਾਰਾਜੋਰੀ ਕੀਤੀ ਹੈ, ਉਹਨਾਂ ਦੀ ਨਜ਼ਰ ਪੂਰੀ ਸੀ ਕਿ ਉਹ ਭੱਜ ਕੇ ਉਹਨਾਂ ਨੇ ਫੜ ਲਿਆ ਆ ਕੇ। ਨਹੀਂ ਤਾਂ ਉਸ ਦਿਨ ਵੀ ਨਿਕਲ ਗਿਆ ਸੀਗਾ, ਕਿਉਂਕਿ ਆਪਣੀ Z ਸਿਕਿਉਰਿਟੀ ਦੇ ਬਿਨਾਂ ਆਇਆ, ਕੋਈ ਸਿਕਿਉਰਿਟੀ ਨਹੀਂ ਸੀ ਇਹਦੇ ਕੋਲ। ਦਿਨ ਇਹ ਸਿਰਫ ਆਪਣੇ 1-2 ਵਕੀਲਾਂ ਨਾਲ ਪ੍ਰਾਈਵੇਟ ਗੱਡੀ 'ਚ ਬਹਿ ਕੇ ਛੁਪ ਕੇ ਆਇਆ ਸੀ ਉਸ ਦਿਨ ਵੀ, ਤੇ ਕਿਸੇ ਨੂੰ ਪਤਾ ਲੱਗੇ ਕਿ ਮੈਂ ਆ। ਇਹ ਤਾਂ ਬਾਈ ਚਾਂਸ ਚਲੋ ਕਿਸਮਤ ਚੰਗੀ ਸੀ ਵਿਜੀਲੈਂਸ ਦੀ, ਜਾਂ ਉਹਦੀ ਕਿਸਮਤ ਨੇ ਵਾਪਸ ਜ਼ੋਰ ਮਾਰਨਾ ਸੀਗਾ ਕਿ ਜੋ ਤੂੰ ਇਹਨੇ ਕੀਤੇ ਆ ਕਰਮ ਉਹ ਕਿਤੇ ਪੂਰੇ ਹੋਣੇ ਸੀਗੇ, ਤਾਂ ਕਾਬੂ ਆ ਗਿਆ। ਨਹੀਂ ਨਰੂਲਾ ਸਾਹਿਬ, ਮੈਂ ਇਹ ਪੁੱਛ ਰਿਹਾ ਸੀ ਕਿ ਕੀ ਅੱਗੋਂ ਕਿਸਮਤ ਵਿਜੀਲੈਂਸ ਦੀ ਚੰਗੀ ਹੋਏਗੀ ਜਾਂ ਸੁਮੇਧ ਸੈਣੀ ਦੀ ਹੋਏਗੀ? ਕੀ ਅੱਗੋਂ ਫੜ ਸਕਣਗੇ? ਜੀ ਉਮੀਦ ਬਿਲਕੁਲ ਹੈਗੀ ਹੈ ਕਿ ਅਸੀਂ ਜਿਹੜਾ ਆਰਡਰ ਹਾਈ ਕੋਰਟ ਨੇ ਕੀਤਾ ਉਹਨੂੰ ਸੈਟ ਅਸਾਈਡ ਕਰਾ ਸਕਾਂਗੇ। ਜੇ ਉਹ ਆਰਡਰ ਸੈਟ ਅਸਾਈਡ ਹੋ ਜਾਂਦਾ ਤਾਂ ਫਿਰ ਸੈਣੀ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਬਿਲਕੁਲ ਹੀ ਪੋਸੀਬਲ ਹੈ ਔਰ ਪ੍ਰੋਬੇਬਲ ਹੈ। ਜੀ ਸ਼ੁਕਰੀਆ ਨਰੂਲਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ, ਸਤਿ ਸ਼੍ਰੀ ਅਕਾਲ।